गुरु जी का संदेश फैलाने और एनिमेटेड वीडियोस बनाने में हमारा सहयोग करें। ज्वाइन बटन दबाकर हमारे मेंबर बने या थैंक्स बटन दबाएं। साखी का हिंदी वर्जन देखने के लिए डिस्क्रिप्शन देखें। बाबा श्री चंद जी महाराज तीर्थां दी यात्रा करते हुए जगन्नाथपुरी विच पुजे। उत्थे सुंदर जही रमणीक जगह देख के भाई कमलिया जी नूं हुक्म दिता कि इत्थे धूना तपा देवो। कमलिया जी ने फौरन हुक्म दी पालना कीती। बाबा जी हाथ जोड़ के समाधि विच मगन हो गए। कमलिया जी अते संत बाबा जी दी हजूरी विच बैठे सन ਅਤੇ ਜਗਨਨਾਥਪੁਰੀ ਦੇ ਸਮੁੰਦਰ ਦੇ ਕਿਨਾਰੇ ਸੁੰਦਰ ਦ੍ਰਿਸ਼ ਦੇਖ ਕੇ ਖੁਸ਼ ਹੋ ਰਹੇ ਸਨ। ਕੁਝ ਸਮੇਂ ਪਿੱਛੋਂ ਬਾਬਾ ਜੀ ਨੇ ਸਮਾਧੀ ਖੋਲੀ। ਜਗਨਨਾਥ ਮੰਦਿਰ ਦੇ ਪੁਜਾਰੀ ਦਰਸ਼ਨ ਕਰਨ ਦੇ ਲਈ ਆਏ। ਬਾਬਾ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਉਹਨਾਂ ਦੇ ਨੇੜੇ ਬੈਠ ਕੇ ਉਹਨਾਂ ਦਾ ਉਪਦੇਸ਼ ਸੁਨਿਆ। ਕੁਝ ਸਮੇਂ ਹਾਜ਼ਰੀ ਭਰ ਕੇ ਵਾਪਸ ਚਲੇ ਗਏ। ਸ਼ਾਮ ਦੇ ਸਮੇਂ ਪੰਡਿਤ ਸ਼੍ਰੀ ਜਗਨਨਾਥ ਜੀ ਨੂੰ ਸੋਨੇ ਦੀ ਥਾਲੀ ਵਿੱਚ ਮਠਾਈ ਦਾ ਭੋਗ ਲਗਵਾ ਕੇ ਮੰਦਿਰ ਦੇ ਦਰਵਾਜ਼ੇ ਬੰਦ ਕਰਕੇ ਘਰਾਂ ਨੂੰ ਚਲੇ ਗਏ। ਜਦੋਂ ਕਾਫੀ ਹਨੇਰਾ ਹੋ ਗਿਆ ਤਾਂ ਬਾਬਾ ਜੀ ਦੀ ਸ਼ਕਤੀ ਦੇ ਤੇਜ ਤਪ ਨੂੰ ਦੇਖ ਕੇ ਸ਼੍ਰੀ ਜਗਨਨਾਥ ਜੀ ਪ੍ਰਗਟ ਹੋਏ। ਉਹਨਾਂ ਨੇ ਦੇਖਿਆ ਕਿ ਬਾਹਰ ਤੋਂ ਆਏ ਮਹਾਨ ਤਪਸਵੀ ਅਤੇ ਉਹਨਾਂ ਦੇ ਸਾਧੂ ਸੰਤਾਂ ਨੂੰ ਭੁੱਖ ਲੱਗੀ ਹੋਈ ਹੈ। ਇਹ ਸੋਚ ਕੇ ਉਹਨਾਂ ਨੇ ਨੌਕਰ ਦਾ ਰੂਪ ਧਾਰਨ ਕਰ ਲਿਆ ਅਤੇ ਸਿਰ ਤੇ ਥਾਲ ਵਿੱਚ ਮਠਾਈ ਰੱਖ ਕੇ ਬਾਬਾ ਜੀ ਦੇ ਚਰਨਾਂ ਵਿੱਚ ਭੇਟ ਕਰਕੇ ਨਮਸਕਾਰ ਕੀਤਾ। ਸ਼੍ਰੀ ਜਗਨਨਾਥ ਜੀ ਨੇ ਕਿਹਾ, महाराज जी ए मिठाई दा भोजन स्वीकार करो। आप खुद भोग लगाओ ਅਤੇ ਬੱਚਿਆਂ ਪ੍ਰਸ਼ਾਦਾ ਇਹਨਾਂ ਨੂੰ ਦੇ ਦੇਵੋ। ਉਦੋਂ ਬਾਬਾ ਜੀ ਦੇ ਹੁਕਮ ਨਾਲ ਕਮਲਿਆ ਜੀ ਨੇ ਮਠਾਈ ਸੋਨੇ ਦੇ ਥਾਲ ਸਮੇਤ ਰੱਖ ਲਈ ਅਤੇ ਸਾਰੀ ਮਠਾਈ ਖਾ ਕੇ ਥਾਲ ਨਜ਼ਦੀਕ ਰੱਖ ਲਿਆ। ਜਦੋਂ ਬਹੁਤ ਸਮੇਂ ਇੰਤਜ਼ਾਰ ਦੇ ਬਾਅਦ ਕੋਈ ਥਾਲ ਵਾਪਸ ਲੈਣ ਨਾ ਆਇਆ ਤਾਂ ਬਾਬਾ ਜੀ ਨੇ ਕਮਲਿਆ ਜੀ ਨੂੰ ਕਿਹਾ, ਇਹ ਥਾਲ ਸਮੁੰਦਰ ਵਿੱਚ ਸੱਟ ਦਿਓ। ਜਦੋਂ ਭਾਈ ਕਮਲਿਆ ਜੀ ਥਾਲ ਸਮੁੰਦਰ ਵਿੱਚ ਸੁੱਟ ਰਹੇ ਸਨ ਤਾਂ ਇੱਕ ਪੰਡਤ ਦੇਖ ਰਿਹਾ ਸੀ। ਜਦੋਂ ਸਵੇਰੇ ਪੁਜਾਰੀ ਮੰਦਿਰ ਵਿੱਚ ਆਏ ਤਾਂ ਸੋਨੇ ਦੇ ਥਾਲ ਗੁੰਮ ਦੇਖ ਕੇ ਉਹ ਇੱਕਦਮ ਘਬਰਾ ਗਏ। ਇੰਨੀ ਦੇਰ ਵਿੱਚ ਉਹ ਪੰਡਤ ਜਿਸਨੇ ਕਮਲਿਆ ਜੀ ਨੂੰ ਥਾਲ ਸੁੱਟਦੇ ਦੇਖਿਆ ਸੀ ਆ ਕੇ ਪੁਜਾਰੀ ਨੂੰ ਜੋ ਉਸਨੇ ਰਾਤ ਵਿੱਚ ਦੇਖਿਆ ਸੀ ਉਹ ਸੁਣਾਇਆ। ਸਾਰੇ ਪੁਜਾਰੀ ਇਕੱਠੇ ਹੋ ਕੇ ਬਾਬਾ ਜੀ ਦੇ ਕੋਲ ਆਏ ਅਤੇ ਕਮਲਿਆ ਜੀ ਨੂੰ ਪਹਿਚਾਨ ਕੇ ਕਹਿਣ ਲੱਗੇ, वाह संत महाराज जी देखो, खूब आप जी दी लीला लगाई ਤਾਂ समाधि है ਪਰ ਮਨ ਵਿੱਚ खूब ਚੋਰੀਆਂ ਚੱਲ ਰਹੀ ਹਨ। ਕਿੱਥੇ ਹਨ ਸਾਡੇ ਰਾਤ ਵਾਲੇ ਸੋਨੇ ਦੇ ਥਾਲ ਜੋ ਤੁਸੀਂ ਸਾਡੇ ਮੰਦਿਰ ਤੋਂ ਚੁਰਾਏ ਹਨ? ਇੰਨੇ ਮਹਾਨ ਤਪਸਵੀ ਈਸ਼ਵਰ ਦੇ ਪਿਆਰੇ ਹੋ ਕੇ ਆਪ ਨੂੰ ਧਿਆਨ ਨਹੀਂ ਆਇਆ। ਅਸੀਂ ਲੱਭ ਕੇ ਥੱਕ ਗਏ ਹਨ। ਅਸੀਂ ਗਰੀਬ ਭਲਾ ਸੋਨੇ ਦੇ ਇੰਨੇ ਕੀਮਤੀ ਥਾਲ ਕਿੱਥੇ ਭਰਨ ਜੋਗੇ ਹਨ? ਰਾਜਾ ਸਾਡੇ ਤੋਂ ਥਾਲ ਬਾਰੇ ਪੁੱਛੇਗਾ ਤਾਂ ਅਸੀਂ ਉਸ ਨੂੰ ਕੀ ਜਵਾਬ ਦੇਵਾਂਗੇ? ਅਸੀਂ ਗਰੀਬ ਕਿੱਥੋਂ ਸੋਨੇ ਦੇ ਥਾਲ ਲੈ ਕੇ ਆਈਏ? ਇਹ ਹਰੀ ਦੀ ਅਜੀਬ ਲੀਲਾ ਹੈ ਕਿ ਚੋਰੀ ਕੋਈ ਕਰੇ ਤੇ ਮਾਰੇ ਕੋਈ ਜਾਵੇ। ਸਾਨੂੰ ਥਾਲ ਵਾਪਸ ਕਰ ਦਿਓ, ਨਹੀਂ ਤਾਂ ਅਸੀਂ ਰਾਜਾ ਕੋਲ ਜਾਵਾਂਗੇ। ਰਾਜੇ ਨੂੰ ਤੁਹਾਡੇ ਸਾਰਾ ਕਾਰਨਾਮਾ ਦੱਸਾਂਗੇ। ਦੱਸੋ ਨਾ ਸੰਤ ਮਹਾਰਾਜ ਜੀ ਕੀ ਹੁਕਮ ਹੈ? ਬੋਲੋ ਹੁਣ ਮੌਨ ਕੀ ਹੋ, ਬੋਲੋ। ਬਾਬਾ ਜੀ ਨੇ ਜਦੋਂ ਇਹ ਕਥਨ ਪੰਡਤਾਂ ਤੋਂ ਸੁਨੇ ਤਾਂ ਕੁਝ ਕ੍ਰੋਧ ਵਿੱਚ ਆਏ ਤੇ ਨਾਲ ਹੀ ਉਹ ਗੰਭੀਰਤਾ ਨਾਲ ਮੁਸਕਰਾਏ। ਇਹ ਭੋਲੇ ਭਾਲੇ ਅਣਜਾਣ ਪੰਡਤ ਕਿਹੜੇ ਚੱਕਰਾਂ ਵਿੱਚ ਪੈ ਗਏ ਨੇ? ਫਿਰ ਉਹਨਾਂ ਨੂੰ ਕੋਲ ਬਿਠਾ ਕੇ ਕਹਿਣ ਲੱਗੇ, ਪ੍ਰਭੂ ਪ੍ਰੇਮੀਓ, ਨਾ ਤਾਂ ਅਸੀਂ ਤੁਹਾਡੇ ਥਾਲ ਚੋਰੀ ਕੀਤੇ ਨੇ ਤੇ ਨਾ ਹੀ ਕਿਸੇ ਨੂੰ ਸੰਦੇਸ਼ ਭੇਜਿਆ ਏ। ਆਪ ਦਾ ਹੀ ਇੱਕ ਆਦਮੀ ਸਾਡੇ ਕੋਲ ਆ ਕੇ ਸੋਨੇ ਦੀ ਥਾਲੀ ਸਹਿਤ ਮਠਾਈ ਅਤੇ ਭੋਜਨ ਦੇ ਗਿਆ ਸੀ। ਇਹਨਾਂ ਸੰਤਾਂ ਨੇ ਉਹ ਭੋਜਨ ਖਾ ਲਿਆ। ਫਿਰ ਉਹ ਆਪਣੇ ਥਾਲ ਲੈਣ ਦੇ ਲਈ ਵਾਪਸ ਨਹੀਂ ਆਇਆ। ਹੁਣ ਤੁਸੀਂ ਇਹ ਦੱਸੋ ਕਿ ਇਸ ਵਿੱਚ ਸਾਡਾ ਕੀ ਕਸੂਰ ਏ? ਆਪ ਵਿਅਰਥ ਹੀ ਗੁੱਸਾ ਕਰ ਰਹੇ ਹੋ। ਇਹ ਸੁਣ ਕੇ ਪੰਡਤ ਬੜੇ ਹੈਰਾਨ ਹੋਏ। ਕਦੀ ਉਹ ਬਾਬਾ ਜੀ ਦੇ ਚਿਹਰੇ ਵੱਲ ਦੇਖਦੇ ਤੇ ਕਦੇ ਧੂਨੇ ਵੱਲ। ਇਸ ਪ੍ਰਕਾਰ ਬੀਤੀ ਘਟਨਾ ਬਾਰੇ ਪੰਡਤ ਸੋਚਣ ਲੱਗੇ, ਇਹ ਕਿਹੋ ਜੀ ਲੀਲਾ ਰਚੀ ਹੈ? ਹੁਣ ਤੁਸੀਂ ਸਾਡੇ ਥਾਲ ਵਾਪਸ ਕਰ ਦਿਓ। ਹੁਣ ਬਾਬਾ ਜੀ ਕਹਿਣ ਲੱਗੇ, ਉਹਨਾਂ ਨੂੰ ਤਾਂ ਅਸੀਂ ਸਮੁੰਦਰ ਵਿੱਚ ਸੁੱਟਵਾ ਦਿੱਤਾ ਹੈ ਕਿਉਂਕਿ ਉਹ ਸੋਨਾ ਸਾਡੀ ਕਿਸੇ ਕੰਮ ਦਾ ਨਹੀਂ। ਆਪ ਨੂੰ ਪਤਾ ਲੱਗ ਹੀ ਗਿਆ ਹੋਵੇਗਾ। ਇਹ ਸੁਣ ਕੇ ਪੰਡਤਾਂ ਦੀ ਜਾਨ ਜਿਸਮ ਤੋਂ ਨਿਕਲਣ ਲੱਗੀ। ਉਹ ਕਹਿਣ ਲੱਗੇ,
ਦਾਤਾਰ ਜੀ ਆਪਨੇ ਜਿਹਾ ਕਿਉਂ ਕੀਤਾ? ਅਸੀਂ ਤਾਂ ਪਹਿਲਾਂ ਹੀ ਬੜੇ ਗਰੀਬ ਹਾਂ, ਇੰਨਾ ਨੁਕਸਾਨ ਕਿਵੇਂ ਭਰਾਂਗੇ? ਜਦੋਂ ਬਾਬਾ ਜੀ ਨੇ ਪੰਡਤਾਂ ਨੂੰ ਗਿੜਗੜਾਉਂਦੇ ਹੋਏ ਦੇਖਿਆ ਤਾਂ ਉਹ ਮੇਰਾ ਵਿੱਚ ਆ ਗਏ। ਉਹਨਾਂ ਪੰਡਤਾਂ ਨੂੰ ਨਾਲ ਲੈ ਕੇ ਸਮੁੰਦਰ ਦੇ ਕਿਨਾਰੇ ਵੱਲ ਸਾਰੇ ਸੰਤਾਂ ਨਾਲ ਆ ਕੇ ਖੜੇ ਹੋ ਗਏ। ਸਮੁੰਦਰ ਨੂੰ ਕਹਿਣ ਲੱਗੇ, ਲਿਆਓ ਇਹਨਾਂ ਦੇ ਥਾਲ, ਤੇ ਪੰਡਤਾਂ ਨੂੰ ਕਿਹਾ ਕਿ ਆਪਣੇ ਆਪਣੇ ਥਾਲ ਪਹਿਚਾਨ ਲਵੋ। ਜਦੋਂ ਪੁਜਾਰੀਆਂ ਨੇ ਨਿਗਾਹਾਂ ਦੌੜਾਈਆਂ ਤਾਂ ਕਾਫੀ ਗਿਣਤੀ ਵਿੱਚ ਸੋਨੇ ਦੇ ਥਾਲ ਸਮੁੰਦਰ ਵਿੱਚ ਤੈਰ ਰਹੇ ਸਨ। ਪੁਜਾਰੀ ਇਹ ਸਭ ਦੇਖ ਕੇ ਘਬਰਾ ਗਏ। ਉਹ ਚਰਨਾਂ ਵਿੱਚ ਡਿੱਗ ਕੇ ਪ੍ਰਾਰਥਨਾ ਕਰਨ ਲੱਗੇ, ਸਾਡੇ ਥਾਲ ਸਾਨੂੰ ਪ੍ਰਦਾਨ ਕਰੋ, ਅਸੀਂ ਇੰਨੇ ਥਾਲਾਂ ਵਿੱਚੋਂ ਪਹਿਚਾਨ ਨਹੀਂ ਸਕਦੇ, ਸਾਡੇ ਤੇ ਦਇਆ ਕਰੋ, ਸਾਨੂੰ ਅੱਖਾਂ ਦੇਵੋ, ਉਹ ਨਜ਼ਰ ਦਿਓ ਜਿਸ ਨਾਲ ਅਸੀਂ ਆਪਣਾ ਥਾਲ ਪਹਿਚਾਨ ਸਕੀਏ। ਬਾਬਾ ਜੀ ਮੁਸਕਰਾਏ ਅਤੇ ਕਹਿਣ ਲੱਗੇ, ਸੁਣੋ ਪ੍ਰੇਮੀਓ, ਜਿਹੜੇ ਥਾਲਾਂ ਤੇ ਤੁਸੀਂ ਹੱਥ ਰੱਖੋਗੇ ਉਹ ਤੁਹਾਡੇ ਹੀ ਹੋ ਜਾਣਗੇ। ਫਿਰ ਪੰਡਤਾਂ ਦੀ ਜਾਨ ਵਿੱਚ ਜਾਨ ਆਈ ਤੇ ਜਿੰਨੇ ਥਾਲ ਉਹਨਾਂ ਦੇ ਸਨ ਉਹ ਹੱਥ ਲਗਾ ਕੇ ਉਹਨਾਂ ਨੂੰ ਪਾਣੀ ਤੋਂ ਬਾਹਰ ਕੱਢ ਲਿਆਏ। ਬਾਬਾ ਜੀ ਦੀ ਇਹ ਸ਼ਕਤੀ ਦੇਖ ਕੇ ਉਹਨਾਂ ਨੇ ਆਪਣੀ ਭੁੱਲ ਦੀ ਖਿਮਾ ਮੰਗੀ ਤੇ ਕਿਹਾ, ਮਹਾਰਾਜ ਜੀ ਸੱਚਮੁੱਚ ਹੀ ਆਪ ਹਰੀ ਦਾ ਰੂਪ ਹਨ, ਮਿਹਰ ਕਰੋ, ਸਾਨੂੰ ਵੀ ਮੁਕਤੀ ਦਾ ਦਾਨ ਬਖਸ਼ੋ। ਇਸ ਤੋਂ ਪਿੱਛੋਂ ਬਾਬਾ ਜੀ ਉਹਨਾਂ ਨੂੰ ਉਪਦੇਸ਼ ਅਤੇ ਅਸ਼ੀਰਵਾਦ ਦੇ ਕੇ ਉੱਥੋਂ ਚਲੇ ਗਏ। ਜਿੱਥੇ ਬਾਬਾ ਜੀ ਬੈਠੇ ਸਨ ਉਸ ਸਥਾਨ ਦਾ ਨਾਮ ਮੰਦਿਰ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਨਾਲ ਪ੍ਰਸਿੱਧ ਹੈ। ਸਤਿਨਾਮ ਸ਼੍ਰੀ ਵਾਹਿਗੁਰੂ। हे ਨਾਨਕ, ਕਹਿ हे ਭਾਈ, ਬਾਲ ਅਵਸਥਾ, ਜਵਾਨੀ ਦੀ ਅਵਸਥਾ ਅਤੇ ਫਿਰ ਬੁਢਾਪੇ ਦੀ ਅਵਸਥਾ, ਉਮਰ ਦੀਆਂ 3 ਅਵਸਥਾਵਾਂ ਨੂੰ ਸਮਝ ਲੈ ਜੋ ਮਨੁੱਖ ਤੇ ਆਂਦੀਆਂ ਹਨ। ਪਰ ਇਹ ਯਾਦ ਰੱਖ ਕਿ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਹੀ ਚਲੀਆਂ ਜਾਂਦੀਆਂ ਹਨ। हे ਨਾਨਕ, ਕਹਿ ਮਾਇਆ ਦੇ ਮੋਹ ਵਿੱਚ ਅੰਨੇ ਹੋ ਰਹੇ ਮਨੁੱਖ, ਜੋ ਕੁਝ ਤੂੰ ਕਰਨਾ ਸੀ ਉਹ ਤੂੰ ਨਹੀਂ ਕੀਤਾ। ਸਾਰੀ ਉਮਰ ਤੂੰ ਲੋਭ ਦੇ ਫੰਦੇ ਵਿੱਚ ਹੀ ਫਸਿਆ ਰਿਹਾ। ਜ਼ਿੰਦਗੀ ਦਾ ਸਾਰਾ ਸਮਾਂ ਇਸ ਤਰ੍ਹਾਂ ਹੀ ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈ? ਹੁਣ ਪਛਤਾਣ ਦਾ ਕੀ ਫਾਇਦਾ? हे ਨਾਨਕ, ਕਹਿ हे ਮਿੱਤਰ, ਜਿਸ ਤਰ੍ਹਾਂ ਦੀਵਾਰ ਉੱਪਰ ਕਿਸੇ ਮੂਰਤੀ ਦਾ ਬਣਾਇਆ ਹੋਇਆ ਚਿੱਤਰ ਦੀਵਾਰ ਨੂੰ ਨਹੀਂ ਛੱਡਦਾ, ਦੀਵਾਰ ਦੇ ਨਾਲ ਹੀ ਚਿਪਕਿਆ ਰਹਿੰਦਾ ਹੈ, ਉਸੇ ਤਰ੍ਹਾਂ ਜੋ ਮਨ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਉਹ ਇਸ ਮੋਹ ਵਿੱਚੋਂ ਆਪਣੇ ਆਪ ਹੀ ਨਹੀਂ ਨਿਕਲ ਸਕਦਾ। हे ਨਾਨਕ, ਕਹਿ हे ਭਾਈ, ਮਾਇਆ ਦੇ ਮੋਹ ਵਿੱਚ ਫਸ ਕੇ ਮਨੁੱਖ ਪ੍ਰਭੂ ਦਾ ਨਾਮ ਜਪਣ ਦੀ ਜਗ੍ਹਾ ਕੁਝ ਹੋਰ ਹੀ ਭਾਵ ਮਾਇਆ ਹੀ ਮਾਇਆ ਮੰਗਦਾ ਰਹਿੰਦਾ ਹੈ। ਪਰ ਕਰਤਾਰ ਦੀ ਰਜ਼ਾ ਵਿੱਚ ਹੋਰ ਦੀ ਹੋਰ ਹੀ ਹੋ ਜਾਂਦੀ ਹੈ। ਮਨੁੱਖ ਸੋਚਦਾ ਕੁਝ ਹੈ, ਹੋ ਕੁਝ ਜਾਂਦਾ ਹੈ। ਮਨੁੱਖ ਹੋਰ ਲੋਕਾਂ ਨੂੰ ਠੱਗਣ ਦੀਆਂ ਸੋਚਾਂ ਸੋਚਦਾ ਹੈ, ਲੇਕਿਨ ਮੌਤ ਦਾ ਫੰਦਾ ਉਸ ਦੇ ਗਲੇ ਵਿੱਚ ਆ ਪੈਂਦਾ ਹੈ। हे ਨਾਨਕ, ਕਹਿ हे ਮਨ, ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਜ਼ਰੂਰ ਉਹੀ ਹੁੰਦਾ ਹੈ। ਜੀਵ ਭਾਵੇਂ ਸੁੱਖਾਂ ਦੀ ਪ੍ਰਾਪਤੀ ਦੇ ਲਈ ਅਨੇਕ ਯਤਨ ਕਰਦਾ ਹੈ ਅਤੇ ਦੁੱਖਾਂ ਦੇ ਲਈ ਯਤਨ ਨਹੀਂ ਕਰਦਾ, ਪਰ ਫਿਰ ਵੀ ਰਜ਼ਾ ਦੇ ਅਨੁਸਾਰ ਦੁੱਖ ਵੀ ਆ ਹੀ ਜਾਂਦੇ ਹਨ। ਸੁੱਖ ਵੀ ਤਾਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ। ਜਗਤ ਭਿਖਾਰੀ ਹੋ ਕੇ ਭਟਕਦਾ ਫਿਰਦਾ ਹੈ, ਇਹ ਯਾਦ ਨਹੀਂ ਰੱਖਦਾ ਕਿ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਪਰਮਾਤਮਾ ਆਪ ਹੈ। हे ਨਾਨਕ, ਕਹਿ हे ਮਨ, ਉਸ ਦਾ ਤਾਰ ਪ੍ਰਭੂ ਨੂੰ ਯਾਦ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ। ਸਤਿਨਾਮ ਸ਼੍ਰੀ ਵਾਹਿਗੁਰੂ।